गुड मॉर्निंग स्टूडेंट्स, वेलकम टू द क्लास। आज आप स्टार्ट करना है फायर एक्सटिंग्विशर तो देखो, द मोस्ट कॉमन फायर एक्सटिंग्विशर इज़ वाटर। नॉर्मली तुसीं देखा होगा अग बुझाउण दे लई आपां किस चीज़ दा यूज़ करदे आ, वाटर दा, पानी दा। बट वाटर वर्क्स ओनली वैन द थिंग्स लाइक वुड एंड पेपर आर ऑन फायर। पर हुण पानी उदों ही अग बुझाउंदा है जदों लक्कड़ या कागज़, पेपर वर्गी किसी चीज़ नूं अग लगी होवे। हुण अगर इलैक्ट्रिक सर्किट ਦੇ ਵਿੱਚ ਸਪਾਰਕਿੰਗ ਹੋਈ ਹੈ ਤਾਂ ਉੱਥੇ ਆਪਾਂ ਪਾਣੀ ਤਾਂ ਯੂਜ਼ ਕਰ ਨਹੀਂ ਸਕਦੇ, ਨਹੀਂ ਉਹਦੇ ਨਾਲ ਕਰੰਟ ਲੱਗੇਗਾ ਆਪਾਂ ਨੂੰ, ਤਾਂ ਉਹਦੇ ਲਈ ਆਪਾਂ ਕੀ ਯੂਜ਼ ਕਰਾਂਗੇ। ਇਫ ਇਲੈਕਟ੍ਰੀਕਲ ਇਕਵਿਪਮੈਂਟ ਇਜ਼ ਔਨ ਫਾਇਰ, ਵਾਟਰ may conduct electricity and harm those trying to douse the fire. Water is also not suitable for fires involving oil and petrol. Do you recall that water is heavier than oil, so it sinks below the oil and oil keeps burning on the top. ਇਸ ਤੋਂ ਇਲਾਵਾ ਜਿਹੜਾ ਪਾਣੀ ਹੈ ਉਹ ਜਿਹੜੀ ਤੇਲ ਔਰ ਪੈਟਰੋਲ ਕਰਕੇ ਅੱਗ ਲੱਗਦੀ ਹੈ ਉਸ ਦੇ ਵਿੱਚ ਵੀ ਅੱਗ ਬੁਝਾਉਣ ਦਾ ਕੰਮ ਨਹੀਂ ਕਰਦਾ। ਤਾਂ ਹੁਣ ਇਸ ਕੇਸਿਸ ਦੇ ਵਿੱਚ ਆਪਾਂ ਅੱਗ ਕਿਵੇਂ ਬੁਝਾਵਾਂਗੇ, ਦੇਖੋ ਅੱਗੇ। ਹਾਊ ਡਜ਼ ਫਾਇਰ ਐਕਸਟਿੰਗੁਇਸ਼ਰ ਵਰਕ? ਫॉर fires involving electrical equipment and inflammable materials like petrol, carbon dioxide is the best extinguisher. ਇਹ ਕੀ ਕਹਿ ਰਿਹਾ ਹੈ ਕਿ ਕਾਰਬਨ ਡਾਈਆਕਸਾਈਡ ਇਹਨਾਂ ਕੇਸਿਸ ਦੇ ਵਿੱਚ ਅੱਗ ਬੁਝਾਉਣ ਦਾ ਕੰਮ ਕਰਦਾ ਹੈ। ਕਿਵੇਂ? ਕਾਰਬਨ ਡਾਈਆਕਸਾਈਡ ਬੀਇੰਗ ਹੈਵੀਅਰ ਦੈਨ ਆਕਸੀਜਨ ਕਵਰਸ ਦ ਫਾਇਰ ਲਾਈਕ ਅ ਬਲੈਂਕਟ। ਜਿਹੜੀ ਕਾਰਬਨ ਡਾਈਆਕਸਾਈਡ ਗੈਸ ਹੁੰਦੀ ਹੈ ਉਹ ਆਕਸੀਜਨ ਨਾਲੋਂ ਹੈਵੀ ਹੁੰਦੀ ਹੈ, ਭਾਰੀ ਹੁੰਦੀ ਹੈ, ਜਿਹਦੇ ਕਰਕੇ ਜਿੱਥੇ ਅੱਗ ਲੱਗੀ ਹੁੰਦੀ ਹੈ ਉਸ ਸਾਰੇ ਏਰੀਏ ਨੂੰ ਉਹ ਕਵਰ ਕਰ ਲੈਂਦੀ ਹੈ। ਬਲੈਂਕਟ ਸਮਝਦੇ ਹੋ, ਇੱਕ ਚਾਦਰ ਦੀ ਤਰ੍ਹਾਂ ਉਸਨੂੰ ਕਵਰ ਕਰ ਲੈਂਦੀ ਹੈ। ਹੁਣ ਜਦੋਂ ਕਾਰਬਨ ਡਾਈਆਕਸਾਈਡ ਨੇ ਇੱਕ ਲੇਅਰ ਦੀ ਤਰ੍ਹਾਂ, ਇੱਕ ਬਲੈਂਕਟ ਦੀ ਤਰ੍ਹਾਂ ਕਵਰ ਕਰ ਲਿਆ ਤਾਂ ਆਕਸੀਜਨ ਦਾ ਔਰ ਜਿਹੜੀ ਚੀਜ਼ ਬਰਨ ਕਰ ਰਹੀ ਹੈ ਯਾਨੀ ਕਿ ਫਿਊਲ ਦਾ ਕੰਟੈਕਟ ਟੁੱਟ ਜੂਗਾ। ਹੁਣ ਜਦੋਂ ਕੰਟੈਕਟ ਹੀ ਟੁੱਟ ਗਿਆ ਤਾਂ ਫਾਇਰ ਕੰਟਰੋਲ ਹੋ ਜਾਏਗੀ। ਆਪਾਂ ਦੇਖਿਆ ਸੀ ਨਾ ਵੀ ਫਾਇਰ ਨੂੰ, ਅੱਗ ਨੂੰ ਬੁਝਾਉਣ ਲਈ ਆਪਾਂ ਤਿੰਨ ਚੀਜ਼ਾਂ ਦੇ ਵਿੱਚੋਂ ਕਿਸੇ ਦੋ ਦਾ ਕੰਟੈਕਟ ਤੋੜਨਾ ਹੁੰਦਾ। ਹੁਣ ਅਗਰ ਆਪਾਂ ਆਕਸੀਜਨ ਔਰ ਫਿਊਲ ਦਾ ਕੰਟੈਕਟ ਤੋੜਤਾ ਤਾਂ ਅੱਗ ਬੁਝ ਜਾਏਗੀ। ਸਿੰਸ ਦ ਕੰਟੈਕਟ ਬਿਟਵੀਨ ਦ ਫਿਊਲ ਐਂਡ ਆਕਸੀਜਨ ਇਜ਼ ਕੱਟ ਆਫ, ਦ ਫਾਇਰ ਇਜ਼ ਕੰਟਰੋਲਡ. The added advantage of CO2 is that in most cases it does not harm the electrical equipment. How do we get supply of carbon dioxide? It can be stored at high pressure as a liquid in cylinders. In what form is the LPG stored in cylinders? When released from the cylinder, CO2 expands enormously in volume and cools down. So it not only forms a blanket around the fire, it also brings down the temperature of the fuel. That is why it is an excellent fire extinguisher. Another way to get CO2 is to release a lot of dry powder of chemicals like sodium bicarbonate, baking soda or potassium bicarbonate near the fire. These chemicals give off CO2. ਹੁਣ ਜਿਹੜੀ CO2 ਹੈ ਆਪਾਂ ਉਸਨੂੰ, ਤੁਸੀਂ ਫਾਇਰ ਐਕਸਟਿੰਗੁਇਸ਼ਰ ਰੈੱਡ ਕਲਰ ਦੀ ਵੱਡੀਆਂ ਵੱਡੀਆਂ ਬੋਟਲਸ ਦੇਖੀਆਂ ਹੋਣੀਆਂ, ਸਕੂਲ 'ਚ ਵੀ ਦੇਖੀਆਂ ਹੋਣੀਆਂ ਤੁਸੀਂ, ਇਹ ਲੱਗੀਆਂ। ਇਹਨਾਂ ਦੇ ਵਿੱਚ ਕੀ ਹੁੰਦੀ ਹੈ? CO2 ਗੈਸ, ਕਾਰਬਨ ਡਾਈਆਕਸਾਈਡ ਗੈਸ ਫਿਲ ਕੀਤੀ ਹੁੰਦੀ ਹੈ। ਜਦੋਂ ਇਹ ਕਾਰਬਨ ਡਾਈਆਕਸਾਈਡ ਨੂੰ ਆਪਾਂ ਪਾਈਪਸ ਦੇ ਥਰੂ ਰਿਲੀਜ਼ ਕਰਦੇ ਆ ਤਾਂ ਹਵਾ ਦੇ ਵਿੱਚ ਫੈਲ ਕੇ ਉੱਥੇ ਇੱਕ ਬਲੈਂਕਟ ਬਣਾ ਲੈਂਦੀ ਹੈ ਅੱਗ ਦੇ ਆਲੇ ਦੁਆਲੇ, ਜਿਹਦੇ ਨਾਲ ਕਿ ਅੱਗ ਕੰਟਰੋਲ ਹੋ ਜਾਂਦੀ ਹੈ। ਅੱਗੇ ਦੇਖੋ, ਟਾਈਪਸ ਆਫ ਕੰਬਸ਼ਨ। Bring a burning matchstick or a gas lighter near a gas stove in the kitchen. Turn on the knob of gas stove. What do you observe? We find that the gas burns rapidly and produces heat and light. Such combustion is known as rapid combustion. Other examples are burning of CNG and petrol. ਹੁਣ ਆਪਾਂ ਇਸ ਦੇਖ ਰਹੇ ਕਿੰਨੀਆਂ ਟਾਈਪਸ ਦੀ ਕੰਬਸ਼ਨ ਹੁੰਦੀ ਹੈ। ਉਹਦੇ ਆਪਣੇ ਕੋਲ ਦੋ ਟਾਈਪਸ ਦੀ ਕੰਬਸ਼ਨ ਦੇਖ ਰਹੇ ਹਾਂ ਆਪਾਂ। ਫਸਟ ਟਾਈਪ ਕਿਹੜੀ ਹੈ? ਰੈਪਿਡ ਕੰਬਸ਼ਨ। ਰੈਪਿਡ ਕੰਬਸ਼ਨ ਕੀ ਹੁੰਦੀ ਹੈ ਵੀ ਆਪਾਂ ਨੇ ਅੱਗ ਲਗਾਈ, ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਲੱਗ ਗਈ। ਮਤਲਬ ਜਿਵੇਂ ਆਪਾਂ ਮੈਚ ਸਟਿਕ ਚਲਾਉਂਦੇ ਹਾਂ ਉਸ ਦੇ ਨਾਲ ਆਪਾਂ ਅੱਗ ਲਗਾ ਸਕਦੇ ਹਾਂ। ਤੁਸੀਂ ਦੇਖਿਆ ਹੋਊਗਾ ਸਟੋਵ ਹੈ, ਗੈਸ ਸਟੋਵਸ ਹੁੰਦੇ ਨੇ, ਉੱਥੇ ਆਪਾਂ ਲਾਈਟਰ ਦੇ ਨਾਲ ਗੈਸ ਔਨ ਕਰ ਲੈਂਦੇ ਹਾਂ। ਜਿੱਥੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਔਰ ਉਹ ਅੱਗ ਪਕੜ ਰਹੀ ਹੈ, ਉਹਨਾਂ ਨੂੰ ਕਹਿੰਦੇ ਨੇ ਰੈਪਿਡ ਕੰਬਸ਼ਨਸ। ਹੁਣ ਸੈਕਿੰਡ ਟਾਈਪ ਦੀ ਕੰਬਸ਼ਨ ਕਿਹੜੀ ਹੁੰਦੀ ਹੈ? There are substances like phosphorus which burn in air at room temperature. The type of combustion in which a material suddenly bursts into flames without the application of any apparent cause is called spontaneous combustion. ਦੂਜੀ ਟਾਈਪ ਦੀ ਕੰਬਸ਼ਨ ਕਿਹੜੀ ਹੈ? ਸਪੌਂਟੇਨੀਅਸ ਕੰਬਸ਼ਨ। ਸਪੌਂਟੇਨੀਅਸ ਕੰਬਸ਼ਨ ਮੀਨ ਜਿੱਥੇ ਆਪਣੇ ਆਪ ਅੱਗ ਲੱਗ ਗਈ, ਆਪਾਂ ਅੱਗ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਆਪਣੇ ਆਪ ਫਾਇਰ ਪਕੜ ਲੇ।
उसनूं की कहंदे ने स्पॉन्टेनियस कंबशन। स्पॉन्टेनियस कंबशन की एक एग्जाम्पल हुंदी है सोडियम। तुसीं पढ़िया ना सोडियम एक मैटल हुंदा है, जिहड़ा सोडियम है वो रूम टैंपरेचर ते भी अग पकड़ लैंदा हुंदा है। वो किस दी एग्जाम्पल होएगी? स्पॉन्टेनियस कंबशन दी। अगे देखो फ्लेम। हुण आपां रीड करांगे फ्लेम बारे। कैंडल दी जिवें तुसीं फ्लेम देखी ना, जिहड़ा बर्निंग पार्ट हुंदा कैंडल दा, उहनूं कहंदे ने फ्लेम। देखो, अ फ्लेम इज़ विजिबल गैसियस पार्ट ऑफ अ फायर। It is caused by highly exothermic reaction taking place in a thin zone. Very hot flames are hot enough to have ionized gaseous components of sufficient density to be considered plasma. ਹੁਣ ਅੱਗੇ ਆਪਣੇ ਕੋਲ ਆ ਗਿਆ ਸਟਰਕਚਰ ਆਫ ਕੈਂਡਲ ਫਲੇਮ। ਕੈਂਡਲ ਫਲੇਮ ਦਾ ਜਿਹੜਾ ਆਪਾਂ ਨੂੰ ਬਰਨਿੰਗ ਪਾਰਟ ਹੁੰਦਾ ਕੈਂਡਲ ਦਾ, ਉਹਦਾ ਸਟਰਕਚਰ ਕਿਹੋ ਜਿਹਾ ਹੁੰਦਾ? ਦੇਖੋ, ਦ ਸਬਸਟੈਂਸ ਵਿਚ ਵੇਪਰਾਈਜ਼ ਡਿਊਰਿੰਗ ਬਰਨਿੰਗ ਗਿਵਜ਼ ਫਲੇਮਸ, ਜਿਹਦੇ ਵਿੱਚੋਂ ਵੇਪਰਸ ਬਣਦੇ ਆ। ਵੇਪਰਸ ਇਨ ਦ ਸੈਂਸ ਆਪਾਂ ਕਹਿ ਸਕਦੇ ਹਾਂ, ਤੁਸੀਂ ਪਾਣੀ ਦੀਆਂ ਭਾਫ ਦੇਖਦੇ ਹੋ ਨਾ, ਆਪਾਂ ਜਦੋਂ ਆਪਾਂ ਵਾਟਰ ਨੂੰ ਬੋਇਲ ਕਰਦੇ ਹਾਂ ਤਾਂ ਆਪਾਂ ਦੇਖਦੇ ਹਾਂ ਭਾਫ ਬਣ ਰਹੀ ਹੈ, ਉਸ ਭਾਫ ਨੂੰ ਕੀ ਕਿਹਾ ਜਾਂਦਾ? ਵੇਪਰਸ। ਐਵੇਂ ਜਿਹੜੀਆਂ ਸਬਸਟੈਂਸਿਸ ਆਪਣੇ ਆਪ ਦੀ ਭਾਫ ਬਣਾ ਲੈਂਦੀਆਂ ਨੇ, ਆਪਣੇ ਆਪ ਨੂੰ ਵੇਪਰਾਈਜ਼ ਕਰ ਲੈਂਦੀਆਂ ਨੇ, ਉਹ ਕੀ ਦਿੰਦੀਆਂ ਨੇ? ਫਲੇਮਸ। ਫॉर एग्जाम्पल, kerosene oil and molten wax rise through the wick. They vaporize during burning and form flames. Charcoal, on the other hand, does not vaporize and so does not produce a flame. ਹੁਣ ਆਪਾਂ ਦੇਖਦੇ ਹਾਂ ਜਿਹੜੀ ਕੈਂਡਲ ਹੁੰਦੀ ਹੈ ਉਹ ਫਲੇਮਸ ਬਣਾਉਂਦੀ ਹੈ, ਪਰ ਜਿਹੜਾ ਚਾਰਕੋਲ ਆਪਾਂ ਦੇਖਿਆ ਸੀ ਕੋਇਲਾ, ਉਹ ਤਾਂ ਸਿੱਧਾ ਬਰਨ ਹੋ ਜਾਂਦਾ, ਐਸ਼ਿਜ਼ ਬਣਾਉਂਦਾ, ਉਹਦੇ ਵਿੱਚੋਂ ਕੋਈ ਫਲੇਮ ਨਹੀਂ ਬਣਦੀ। In activity 4.4, will the vapors of wax coming out of the glass tube are cause of flame produced? ਹੁਣ ਆਪਾਂ ਨੀਚੇ ਇੱਕ ਐਕਟੀਵਿਟੀ ਦੇਖਦੇ ਹਾਂ ਔਰ ਅੱਗੇ ਦਾ ਟੌਪਿਕ ਸਮਝਦੇ ਹਾਂ। ਦੇਖੋ, ਐਕਟੀਵਿਟੀ 4.4, to observe the zones of a candle flame. Materials required: a candle, a glass tube, a pair of tongs, a thin copper wire, a matchbox, a glass plate. Procedure: light a candle, hold a glass tube with the pair of tongs and introduce its one end in the dark zone of a non-flickering candle flame. Bring a lighted matchstick near the other end of the glass tube. Do you see a flame? If so, what is it that produces a flame? Notice that the wax near the heated wick melts quickly. ਇਸ 'ਚ ਇਹਨਾਂ ਨੇ ਕਿਹਾ ਵੀ ਆਪਾਂ ਨੇ ਇੱਕ ਕੈਂਡਲ ਬਰਨ ਕਰ ਲਈ, ਉਹਦੇ ਇੱਕ ਐਂਡ ਨੂੰ ਆਪਾਂ ਨੇ ਇੱਕ ਗਲਾਸ ਟਿਊਬ ਲਿੱਤੀ, ਉਹਦੇ ਇੱਕ ਐਂਡ ਨੂੰ ਕੈਂਡਲ ਦੇ ਕੋਲ ਲੈ ਗਏ ਔਰ ਦੂਸਰੇ ਐਂਡ ਦੇ ਕੋਲ ਆਪਾਂ ਕੀ ਲਿਆਏ? ਮੈਚ ਸਟਿਕ ਲੈ ਆਏ। ਔਰ ਇਹਦੇ ਵਿੱਚ ਇਹ ਪੁੱਛਿਆ ਗਿਆ ਕਿ ਆਪਾਂ ਨੂੰ ਫਲੇਮ ਦਿਖੂਗੀ ਕਿ ਨਹੀਂ ਦਿਖੂਗੀ? ਆਪਾਂ ਨੂੰ ਫਲੇਮ ਓਬਵੀਅਸਲੀ ਵਿਜ਼ੀਬਲ ਹੋਏਗੀ, ਦਿਖੇਗੀ, ਕਿਉਂਕਿ ਕੈਂਡਲ ਬਰਨ ਕਰ ਰਹੀ ਹੈ। ਅੱਗੇ ਦੇਖੋ, ਵੈਨ ਦ ਕੈਂਡਲ ਫਲੇਮ ਇਜ਼ ਸਟੈਡੀ, ਇੰਟਰੋਡਿਊਸ ਅ ਕਲੀਨ ਗਲਾਸ ਪਲੇਟ, slide into the luminous zone of the flame. Hold it there with the pair of tongs for about 10 seconds, then remove it. What do you observe? ਹੁਣ ਇਸ ਤੋਂ ਬਾਅਦ ਇਹ ਕਹਿੰਦੇ ਕਿ ਜਦੋਂ ਕੈਂਡਲ ਦੀ ਫਲੇਮ ਸਟੱਡੀ ਹੋ ਜੇ ਉਦੋਂ ਆਪਾਂ ਕੀ ਕਰਨਾ ਹੈ? ਇੱਕ ਗਲਾਸ ਪਲੇਟ ਲੈ ਕੇ ਆਉਣੀ ਹੈ ਕੈਂਡਲ ਦੇ ਮਿਡਲ ਦੇ ਵਿੱਚ, ਆਪਾਂ ਨੇ ਲਿਆ ਕੇ ਉਹਨੂੰ ਰੱਖਣਾ ਹੈ। ਆਪਾਂ ਕੀ ਦੇਖਾਂਗੇ? ਤੁਸੀਂ ਆਪ ਸੋਚੋ ਵੀ ਕੀ ਹੋਏਗਾ ਇਸ ਕੇਸ ਦੇ ਵਿੱਚ। ਅਗਰ ਆਪਾਂ ਕਿਸੇ ਵੀ ਗਲਾਸ ਦੀ ਚੀਜ਼ ਨੂੰ ਕੈਂਡਲ ਦੇ ਨੇੜੇ ਲੈ ਜਾਈਏ ਤਾਂ ਥੋੜ੍ਹੀ ਦੇਰ ਤੱਕ ਉੱਥੇ ਰੱਖੀਏ ਤਾਂ ਉਹਦੇ ਨੀਚੇ ਇੱਕ ਬਲੈਕਿਸ਼ ਕੁਝ ਇਕੱਠਾ ਹੋਣ ਲੱਗ ਜਾਏਗਾ। ਹੁਣ ਇਹ ਬਲੈਕਿਸ਼ ਡਿਪੋਜ਼ਿਟ ਕਿਉਂ ਹੁੰਦਾ ਹੈ? ਇਹ ਹੁੰਦਾ ਜਿਹੜੇ ਅਨਬਰਨਡ ਪਾਰਟੀਕਲਸ ਰਹਿ ਜਾਂਦੇ ਨੇ ਫਲੇਮ ਦੇ ਵਿੱਚੋਂ, ਉਹ ਉੱਥੇ ਇਕੱਠੇ ਹੋ ਜਾਂਦੇ ਨੇ, ਜਿਸ ਦੇ ਕਰਕੇ ਇੱਕ ਬਲੈਕਿਸ਼ ਲੇਅਰ ਬਣ ਜਾਂਦੀ ਹੁੰਦੀ ਹੈ। ਦੇਖੋ, ਅ ਸਰਕੂਲਰ ਬਲੈਕਿਸ਼ ਰਿੰਗ ਇਜ਼ ਫਾਰਮਡ ਔਨ ਦ ਗਲਾਸ ਪਲੇਟ ਔਰ ਸਲਾਈਡ. ਇਟ ਇੰਡੀਕੇਟਸ ਦ deposition of unburnt carbon particles present in the luminous zone of the flame. Hold a thin long copper wire just inside the flame for about 30 seconds. Notice that the portion of the copper wire just outside the flame gets red hot. ਹੁਣ ਅਗਰ ਆਪਾਂ ਕੋਈ ਕਾਪਰ ਦੀ ਵਾਇਰ ਨੂੰ ਫਲੇਮ ਦੇ ਵਿੱਚ ਰੱਖੀਏ ਤਾਂ ਉਹ ਲਾਲ ਹੋ ਜਾਏਗੀ, ਕੋਈ ਵੀ ਮੈਟਲ ਹੈ ਉਹ ਰੈੱਡ ਹੋ ਜਾਏਗਾ।
Does it indicate that the non-luminous zone of a flame has high temperature? In fact, this part of the flame is the hottest part. Goldsmiths blow the outermost zone of a flame with the metallic blowpipe for melting gold and silver. Why do they use the outermost zone of the flame? ਹੁਣ ਇਸ ਦੇ ਵਿੱਚ ਆਪਾਂ ਨੂੰ ਇਸ ਐਕਟੀਵਿਟੀ ਤੋਂ ਪਤਾ ਲੱਗਿਆ ਕਿ ਜਿਹੜੀ ਫਲੇਮ ਹੈ ਉਹਦੇ ਕੁਝ ਪਾਰਟਸ ਹੁੰਦੇ ਨੇ, ਜਿਵੇਂ ਇੱਕ ਤਾਂ ਸਭ ਤੋਂ ਅੰਦਰ ਵਾਲਾ ਪਾਰਟ ਜਿੱਥੇ ਕਿ ਵਿਕ ਹੁੰਦੀ ਹੈ, ਧਾਗਾ ਹੁੰਦਾ ਕੈਂਡਲ ਦਾ। ਸੈਕਿੰਡ ਉਸ ਤੋਂ ਮਿਡਲ ਵਾਲਾ ਪਾਰਟ, ਔਰ ਲਾਸਟ ਜਿੱਥੇ ਆਪਾਂ ਨੂੰ ਕੈਂਡਲ ਬਰਨ ਕਰ ਰਹੀ ਦਿਖ ਰਹੀ ਹੁੰਦੀ ਹੈ, ਜਿਹੜਾ ਬਲੂਇਸ਼ ਯੈਲੋ ਪਾਰਟ ਹੁੰਦਾ। ਦੇਖੋ ਪਾਰਟਸ ਔਰ ਜ਼ੋਨਸ ਆਫ ਅ ਫਲੇਮ। ਸਭ ਤੋਂ ਪਹਿਲਾਂ ਕਿਹੜਾ ਪਾਰਟ ਦੇਖਾਂਗੇ ਆਪਾਂ? ਦਿਸ ਇਜ਼ ਦ ਇਨਰ ਪਾਰਟ। ਦਿਸ ਇਜ਼ ਦ ਪਾਰਟ ਕਲੋਜ਼ੈਸਟ ਟੂ ਦ ਵਿਕ ਐਂਡ ਇਜ਼ ਦ ਲੀਸਟ ਹੌਟ। ਹੁਣ ਜਿਹੜਾ ਜਿਸ ਦੇ ਪਾਰਟ ਦੇ ਵਿੱਚ ਧਾਗਾ ਹੁੰਦਾ, ਵਿਕ ਹੁੰਦੀ ਹੈ, ਉਹ ਲੀਸਟ ਹੌਟ, ਸਭ ਤੋਂ ਘੱਟ ਗਰਮ ਪਾਰਟ ਹੁੰਦਾ, ਉਹ ਹਿੱਸਾ ਹੁੰਦਾ। This is the black part of the flame that contains unburnt particles of carbon from the unburnt wick. ਇਸ 'ਚ ਉਹ ਪਾਰਟੀਕਲਸ ਹੁੰਦੇ ਨੇ ਜਿਹੜੇ ਪ੍ਰੋਪਰਲੀ ਬਰਨ ਨਹੀਂ ਕਰ ਪਾਏ ਹੁੰਦੇ। ਨੈਕਸਟ ਪਾਰਟ ਕਿਹੜਾ ਹੁੰਦਾ? ਮਿਡਲ ਪਾਰਟ, ਲਾਰਜੈਸਟ ਪਾਰਟ ਆਫ ਦ ਫਲੇਮ with colors in various shades of yellow and orange. This is the luminous flame as it emits light. This part is also not extremely hot as it gets limited supply of oxygen and incomplete combustion takes place here. Second part ਕਿਹੜਾ ਹੁੰਦਾ ਹੈ? ਮਿਡਲ ਪਾਰਟ ਕੈਂਡਲ ਦਾ, ਜਿਸ ਦੇ ਕਲਰ ਕੀ ਹੁੰਦਾ ਹੈ? ਯੈਲੋ ਜਾਂ ਫਿਰ ਔਰੇਂਜ, ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਾਈਨ ਹੁੰਦੀ ਹੈ, ਜਿਹਦੇ ਕਰਕੇ ਆਪਾਂ ਨੂੰ ਫਲੇਮ ਵਿਜ਼ੀਬਲ ਹੁੰਦੀ ਹੈ, ਪਰ ਇਹ ਸਭ ਤੋਂ ਗਰਮ ਹਿੱਸਾ ਨਹੀਂ ਹੁੰਦਾ। ਇਸ ਦੇ ਵਿੱਚ ਕੀ ਹੈ? ਇਨਕੰਪਲੀਟ ਕੰਬਸ਼ਨ ਹੁੰਦੀ ਹੈ। ਇਨਕੰਪਲੀਟ ਕੰਬਸ਼ਨ ਕਿਉਂ ਹੁੰਦੀ ਹੈ? ਕਿਉਂਕਿ ਆਕਸੀਜਨ ਦੀ ਸਪਲਾਈ ਪ੍ਰੋਪਰ ਨਹੀਂ ਹੁੰਦੀ ਇਸ ਪਾਰਟ ਦੇ ਵਿੱਚ। ਆਕਸੀਜਨ ਦੇ ਕਰਕੇ ਹੀ ਕੰਬਸ਼ਨ ਹੁੰਦੀ ਹੈ। ਲਿਮਿਟਿਡ ਸਪਲਾਈ ਆਕਸੀਜਨ ਦੀ ਹੋਣ ਕਰਕੇ ਉਰੇ ਕੰਬਸ਼ਨ ਇਨਕੰਪਲੀਟ ਹੁੰਦੀ ਹੈ। ਔਰ ਲਾਸਟ ਪਾਰਟ ਕਿਹੜਾ ਹੁੰਦਾ? ਆਊਟਰ ਪਾਰਟ। ਦਿਸ ਇਜ਼ ਦ ਹੋਟੈਸਟ ਪਾਰਟ ਆਫ ਦ ਫਲੇਮ ਵਿਚ ਬਰਨਸ ਵਿਦ ਬਲੂ ਕਲਰ। Being outer part, it gets full supply of oxygen, so complete combustion of fuel takes place. It is non-luminous and does not emit light. ਜਿਹੜਾ ਆਊਟਰ ਪਾਰਟ ਹੁੰਦਾ, ਆਊਟਰ ਹਿੱਸਾ ਹੁੰਦਾ, ਉਹ ਸਭ ਤੋਂ ਜ਼ਿਆਦਾ ਗਰਮ ਹੁੰਦਾ, ਜਿਹਦੇ ਆਪਾਂ ਦੇਖਦੇ ਹੁੰਦੇ ਕੈਂਡਲ ਦੇ ਸਭ ਤੋਂ ਬਾਹਰ ਇੱਕ ਬਲੂਇਸ਼ ਕਲਰ ਦੀ ਫਲੇਮ ਦਿਖ ਰਹੀ ਹੁੰਦੀ ਹੈ। ਇਹ ਤੁਸੀਂ ਆਪਣੇ ਗੈਸਿਸ 'ਤੇ ਵੀ ਦੇਖਿਆ ਹੋਊਗਾ। ਗੈਸ ਚੁੱਲ੍ਹਾ ਜਿਹੜੇ ਆਪਣੇ ਹੁੰਦੇ ਨੇ, ਉਹਨਾਂ ਦੀ ਵੀ ਜਿਹੜੀ ਸਭ ਤੋਂ ਬਾਹਰ ਵਾਲੀ ਲੇਅਰ ਹੁੰਦੀ ਹੈ ਉਹ ਬਲੂ ਕਲਰ ਦੀ ਹੁੰਦੀ ਹੈ, ਉਸ ਦੇ ਅੰਦਰ ਯੈਲੋ ਵਾਲੀ ਔਰ ਸਭ ਤੋਂ ਅੰਦਰ ਬਰਨਰ ਹੁੰਦਾ ਬਲੈਕ ਕਲਰ ਦਾ। ਠੀਕ ਹੈ। ਔਰ ਇਸ ਪਾਰਟ ਦੇ ਵਿੱਚ ਆਕਸੀਜਨ ਦੀ ਸਪਲਾਈ ਪੂਰੀ ਹੁੰਦੀ ਹੈ ਕਿਉਂਕਿ ਇਹ ਡਾਇਰੈਕਟ ਏਅਰ ਦੇ ਕੰਟੈਕਟ ਦੇ ਵਿੱਚ ਹੈ, ਇਸ ਲਈ ਉਰੇ ਕੰਪਲੀਟ ਕੰਬਸ਼ਨ ਹੁੰਦੀ ਹੈ। ਹੁਣ ਦੇਖੋ ਕੈਂਡਲ ਦਾ ਇਸ ਫਿਗਰ ਦੇ ਵਿੱਚ ਤੁਹਾਨੂੰ ਸਾਰੇ ਪਾਰਟਸ ਐਕਸਪਲੇਨ ਕੀਤੇ ਹੋਏ ਨੇ। ਜਿਹੜਾ ਮਿਡਲ ਪਾਰਟ ਹੈ, ਇਨਰ ਮੋਸਟ ਪਾਰਟ ਹੈ, ਸਭ ਤੋਂ ਅੰਦਰ ਵਾਲਾ ਪਾਰਟ ਹੈ ਜਿਹੜਾ, ਉਹ ਅਨਬਰਨਡ ਵੈਕਸ ਹੁੰਦਾ ਜਿਹਦੇ ਵਿੱਚ, ਠੀਕ ਹੈ, ਅਨਬਰਨਡ ਪਾਰਟੀਕਲਸ ਹੁੰਦੇ ਨੇ ਔਰ ਸਭ ਤੋਂ ਘੱਟ ਗਰਮ ਹੁੰਦਾ। ਜਿਹੜਾ ਮਿਡਲ ਜ਼ੋਨ ਹੁੰਦਾ ਜਿੱਥੇ ਪਾਰਸ਼ੀਅਲ ਕੰਬਸ਼ਨ ਹੁੰਦੀ ਹੈ, ਉਹ ਮੋਡਰੇਟਲੀ ਹੌਟ ਹੁੰਦਾ ਹੈ, ਮਤਲਬ ਲੀਸਟ ਤੋਂ ਥੋੜ੍ਹਾ ਜ਼ਿਆਦਾ ਔਰ ਸਭ ਤੋਂ ਹੌਟੈਸਟ ਤੋਂ ਥੋੜ੍ਹਾ ਘੱਟ। ਔਰ ਆਊਟਰ ਜ਼ੋਨ ਕਿਹੜਾ ਹੁੰਦਾ ਹੈ? ਕੰਪਲੀਟ ਕੰਬਸ਼ਨ ਵਾਲਾ, ਹੌਟੈਸਟ ਪਾਰਟ। ਲਿਊਮੀਨੈਂਸ ਮੀਨਸ ਜਿਹੜੇ ਜ਼ੋਨ ਦੀ ਸਭ ਤੋਂ ਵੱਧ ਚਮਕ ਹੋਵੇ। ਨੋਨ ਲਿਊਮੀਨੈਂਸ ਮੀਨਸ ਇਸ ਹਿੱਸੇ ਦੀ ਚਮਕ ਘੱਟ ਹੁੰਦੀ ਹੈ। ਓਕੇ, ਇਹ ਸੀ ਪਾਰਟਸ ਆਫ ਕੈਂਡਲ। ਹੁਣ ਅੱਗੇ ਆਪਾਂ ਦੇਖਾਂਗੇ ਫਿਊਲ। ਫਿਊਲ ਕੀ ਹੁੰਦਾ? ਆਪਾਂ ਦੇਖਿਆ ਸੀ ਫਿਊਲ ਕੀ ਹੁੰਦਾ? ਉਹ ਚੀਜ਼ ਜਿਹੜੀ ਬਰਨ ਕਰੇ, ਜਿਹੜੀ ਚੀਜ਼ ਜਲੇ, ਉਸਨੂੰ ਕਹਿੰਦੇ ਨੇ ਫਿਊਲ। ਵਾਟ ਇਜ਼ ਅ ਫਿਊਲ? ਫਿਊਲ ਇਜ਼ ਅ ਸਬਸਟੈਂਸ that is burnt to produce nuclear energy, heat or power. Materials like coal, wood, oil or gas can provide heat when burnt. Methanol, gasoline, diesel, charcoal, wood, natural gas, hydrogen are some examples of fuel. Nuclear energy is produced by various processes in nuclear reactors. A good fuel is one which is readily available. It is cheap. It burns easily in air at a moderate rate. It produces a large amount of heat. It does not leave behind any undesirable substances. There is probably no fuel that could be considered as an ideal fuel. We should look for a fuel which fulfills most of the requirements for a particular use. Fuels differ in cost. Some fuels are cheaper than others. Make a list of fuels familiar to you. ਹੁਣ ਆਪਾਂ ਦੇਖਦੇ ਹਾਂ ਪੈਟਰੋਲਸ ਦੀ ਵੀ ਫਿਊਲਸ ਦੀ ਵੀ ਅਲੱਗ-ਅਲੱਗ ਟਾਈਪਸ ਹੁੰਦੀਆਂ, ਜਿਵੇਂ ਕਿ ਕਾਮਨਲੀ ਆਪਾਂ ਕਿਹੜੇ ਯੂਜ਼ ਕਰਦੇ ਹਾਂ? ਪੈਟਰੋਲ ਅਤੇ ਡੀਜ਼ਲ।
ਇਹ ਵੀ ਫਿਊਲ ਨੇ, ਇਹਨਾਂ ਦੀ ਕਾਸਟ ਦੇ ਵਿੱਚ ਫਰਕ ਹੁੰਦਾ। ਵਧੀਆ ਫਿਊਲ ਕਿਹੜਾ ਕੰਸੀਡਰ ਕੀਤਾ ਜਾਂਦਾ, ਜਿਹੜਾ ਕਿ ਆਪਾਂ ਨੂੰ ਈਜ਼ੀਲੀ ਮਾਰਕੀਟ 'ਚ ਅਵੇਲੇਬਲ ਹੋਵੇ ਔਰ ਚੀਪ ਹੋਵੇ। ਚੀਪ ਮੀਨਸ ਸਸਤਾ, ਸਹੀ ਰੇਟ ਦੇ ਵਿੱਚ ਆਪਾਂ ਨੂੰ ਮਿਲ ਜੇ, ਠੀਕ ਹੈ, ਔਰ ਜ਼ਿਆਦਾ ਐਨਰਜੀ ਦੇਵੇ ਆਪਾਂ ਨੂੰ ਜਦੋਂ ਉਹ ਬਰਨ ਕਰਦਾ। ਫਿਊਲ ਐਫੀਸ਼ੀਐਂਸੀ ਐਟ ਇਟਸ ਮੋਸਟ ਫੰਡਾਮੈਂਟਲ, fuel efficiency refers to the ability of a vehicle to extract energy from a fuel। fuel efficiency ਕੀ ਹੁੰਦਾ ਹੈ ਵੀ ਕਿਹੜਾ ਫਿਊਲ ਕਿੰਨੀ ਐਨਰਜੀ ਦੇ ਸਕਦਾ ਹੈ। ਕਿੰਨੀ ਐਨਰਜੀ ਮੀਨਸ ਕਿੰਨੀ ਹੀਟ ਔਰ ਲਾਈਟ ਪ੍ਰੋਡਿਊਸ ਕਰ ਸਕਦਾ ਹੈ ਜਦੋਂ ਉਹ ਬਰਨ ਹੁੰਦਾ ਹੈ। the more energy a vehicle can extract from fuel, the greater fuel efficiency the vehicle is said to have। similarly, the less energy a vehicle extracts, the less fuel efficient the vehicle is। ਹੁਣ ਜੇ ਜ਼ਿਆਦਾ ਐਨਰਜੀ ਲੈ ਸਕਦਾ ਕੋਈ ਫਿਊਲ ਤਾਂ ਉਹ ਜ਼ਿਆਦਾ ਫਿਊਲ ਐਫੀਸ਼ੀਐਂਟ ਹੋਏਗਾ, ਅਗਰ ਨਹੀਂ ਲੈ ਸਕਦਾ ਤਾਂ ਉਹ ਲੈਸ ਫਿਊਲ ਐਫੀਸ਼ੀਐਂਟ ਹੋਏਗਾ। ਸਪੋਜ਼ ਯੂ ਵਰ ਆਸਕਡ ਟੂ ਬੋਇਲ ਅ ਗਿਵਨ ਕੁਆਂਟਿਟੀ ਆਫ ਵਾਟਰ ਯੂਜ਼ਿੰਗ cow dung, coal and LPG as fuel. Which fuel would you prefer? Give your reason. You may take the help of your parents. Do these three produce the same amount of heat? The amount of heat energy produced on complete combustion of 1 kg of a fuel is called its calorific value। ਹੁਣ ਉਰੇ ਤੁਹਾਨੂੰ ਕਿਹਾ ਵੀ ਕਾਊ ਡੰਗ, ਕੋਲ ਔਰ LPG ਇਹ ਤਿੰਨੋਂ ਫਿਊਲ ਹੁੰਦੇ ਨੇ, ਤਿੰਨੋਂ ਚੱਲਦੇ ਨੇ। ਅਗਰ ਆਪਾਂ ਤਿੰਨਾਂ ਨੂੰ ਜਲਾ ਕੇ ਦੇਖੀਏ ਤਾਂ ਤਿੰਨਾਂ ਦੀ ਐਨਰਜੀ ਜਿਹੜੀ ਹੀਟ ਔਰ ਲਾਈਟ ਪ੍ਰੋਡਿਊਸ ਹੋਊਗੀ ਉਹਦੀ ਕੁਆਂਟਿਟੀ ਅਲੱਗ-ਅਲੱਗ ਹੋਊਗੀ। ਜਿੰਨੀ ਐਨਰਜੀ ਕੋਈ ਵੀ ਫਿਊਲ ਉਹਦੇ 1 ਕਿਲੋ ਕੰਬਸ਼ਨ 'ਤੇ ਯਾਨੀ ਕਿ 1 kg ਦੀ ਕੰਪਲੀਟ ਕੰਬਸ਼ਨ ਕੰਪਲੀਟਲੀ ਬਰਨ ਹੋਏ 'ਤੇ ਜਿੰਨੀ ਹੀਟ ਐਨਰਜੀ ਦਊਗਾ ਉਹਨੂੰ ਕੀ ਕਿਹਾ ਜਾਂਦਾ, ਉਹਦੀ ਕੈਲੋਰੀਫਿਕ ਵੈਲਿਊ। calorific value of a fuel is expressed in a unit called kilojoule per kilogram। calorific value ਦੀ unit ਕੀ ਹੁੰਦੀ ਹੈ, kJ upon kg। hence in simple words, the amount of heat produced by complete combustion of a unit mass of fuel is known as fuel or calorific value। ਹੁਣ ਆਪਾਂ ਨੂੰ ਇੱਕ ਟੇਬਲ 'ਚ ਅਲੱਗ-ਅਲੱਗ ਫਿਊਲਸ ਦੀ ਕੈਲੋਰੀਫਿਕ ਵੈਲਿਊਜ਼ ਦਿੱਤੀਆਂ ਹੋਈਆਂ ਨੇ। ਕੈਲੋਰੀਫਿਕ ਵੈਲਿਊਜ਼ ਮੀਨਸ ਕੌਣ ਕਿੰਨੀ ਕੁ ਐਨਰਜੀ ਦਿੰਦਾ 1 kg ਨੂੰ ਬਰਨ ਕਰੇ 'ਤੇ। ਹੁਣ ਜਿਵੇਂ ਦੇਖੋ ਤੁਸੀਂ ਕਾਊ ਡੰਗ ਕੇਕ ਦੀ 6000 to 8000 ਹੈ, ਪਰ ਵੁੱਡ ਦੀ 17 to 22000, ਮਤਲਬ ਵੁੱਡ ਜ਼ਿਆਦਾ ਐਨਰਜੀ ਦਊਗਾ ਜਦੋਂ ਬਰਨ ਹੁੰਦਾ ਐਜ਼ ਕੰਪੇਅਰ ਟੂ ਕਾਊ ਡੰਗ। ਅੱਗੇ ਦੇਖੋ ਤੁਹਾਡਾ ਲਾਸਟ ਟੋਪਿਕ ਇਸ ਚੈਪਟਰ ਦਾ, ਵਾਈ ਇਜ਼ ਬਰਨਿੰਗ ਆਫ ਫਿਊਲਸ ਹਾਰਮਫੁਲ ਟੂ ਅਸ। The more usage, consumption of fuels has an extremely bad effect on atmosphere। ਆਪਾਂ ਨੂੰ ਪਤਾ ਹੈ ਫਿਊਲਸ ਦੀ ਬਰਨਿੰਗ, ਜ਼ਿਆਦਾ ਬਰਨਿੰਗ ਆਪਣੀ ਨੇਚਰ ਵਾਸਤੇ, ਐਟਮੋਸਫੀਅਰ ਵਾਸਤੇ ਹਾਰਮਫੁਲ ਹੈ। ਕਾਰਬਨ ਫਿਊਲਸ ਲਾਈਕ wood, coal, petroleum release unburnt carbon particles। These fine particles are dangerous pollutants causing respiratory diseases such as asthma। ਹੁਣ ਤੁਸੀਂ ਜੇ ਦੇਖਿਆ ਹੋਵੇ wood, coal ਜਦੋਂ ਬਰਨ ਕਰ ਰਹੇ ਹੁੰਦੇ ਆ ਆਪਾਂ ਨੂੰ ਉੱਥੇ ਕਈ ਲੋਕਾਂ ਨੂੰ ਸਾਹ ਲੈਣ 'ਚ ਪ੍ਰੋਬਲਮ ਆਉਂਦੀ ਹੈ, ਕਿਉਂਕਿ ਉਹਨਾਂ ਦੇ ਜਿਹੜੇ ਅਨਬਰਨਡ ਪਾਰਟੀਕਲਸ ਹੁੰਦੇ ਨੇ ਉਹ ਬੋਡੀ ਲਈ ਹਾਰਮਫੁਲ ਹੁੰਦੇ ਨੇ, ਰੈਸਪੀਰੇਸ਼ਨ 'ਚ ਦਿੱਕਤ ਕਰਦੇ ਨੇ। ਸੈਕਿੰਡ ਪੁਆਇੰਟ, incomplete combustion of these fuels gives carbon monoxide gas। It is very poisonous gas। It is dangerous to burn coal in a closed room। The carbon monoxide produced can kill persons sleeping in that room। ਜਦੋਂ ਇਨਕੰਪਲੀਟ ਕੰਬਸ਼ਨ ਹੁੰਦੀ ਹੈ, ਇਨਕੰਪਲੀਟ ਕੰਬਸ਼ਨ ਮੀਨਸ ਕੋਈ ਵੀ ਜਿਹੜੀ ਆਪਾਂ ਚੀਜ਼ ਜਲਾ ਰਹੇ ਹਾਂ ਉਹ ਪ੍ਰੋਪਰਲੀ ਜਲ ਨਹੀਂ ਰਹੀ। ਫੋਰ ਐਗਜ਼ਾਮਪਲ ਆਪਾਂ ਗਰਮੀਆਂ 'ਚ ਸਰਦੀਆਂ ਦੇ ਵਿੱਚ ਧੂਣੀ ਲਗਾਉਂਦੇ ਹਾਂ, ਤਾਂ ਜਿਹੜੀ ਉਹ ਧੂਣੀ ਆ ਆਪਾਂ ਹਮੇਸ਼ਾ ਓਪਨ ਏਰੀਆ ਦੇ ਵਿੱਚ ਲਗਾਉਂਦੇ ਹਾਂ। ਓਪਨ 'ਚ ਕਿਉਂ ਲਗਾਉਂਦੇ ਹਾਂ, ਕਿਉਂਕਿ ਉਸਦੇ ਵਿੱਚੋਂ ਇੱਕ ਗੈਸ ਬਣਦੀ ਹੈ ਕਿਹੜੀ, ਕਾਰਬਨ ਮੋਨੋਆਕਸਾਈਡ, ਜਿਹੜੀ ਕਿ ਪੋਇਜ਼ਨਸ ਹੁੰਦੀ ਹੈ। ਅਗਰ ਤੁਸੀਂ ਬੰਦ ਕਮਰੇ 'ਚ ਧੂਣੀ ਲਗਾਓ ਤਾਂ ਉੱਥੇ ਤੁਸੀਂ ਸਾਹ ਨਹੀਂ ਲੈ ਸਕਦੇ, ਚੋਕਿੰਗ ਹੋਏਗੀ ਜਿਹਦੇ ਨਾਲ ਆਕਸੀਜਨ ਮਿਲਣਾ ਨਹੀਂ ਬਾਡੀ ਨੂੰ, ਔਰ ਕਿਸੇ ਵੀ ਹਿਊਮਨ ਲਈ ਜਾਂ ਲਿਵਿੰਗ ਬੀਇੰਗ ਲਈ ਉਹ ਚੀਜ਼ ਡੇਂਜਰਸ ਹੋ ਸਕਦੀ ਹੈ, ਠੀਕ ਹੈ। ਥਰਡ ਪੁਆਇੰਟ ਹੈ, ਕੰਬਸ਼ਨ ਆਫ ਮੋਸਟ ਫਿਊਲਸ ਰਿਲੀਜ਼ਸ ਕਾਰਬਨ ਡਾਈਆਕਸਾਈਡ ਇਨ ਦਾ ਇਨਵਾਇਰਮੈਂਟ। ਆਪਾਂ ਨੂੰ ਪਤਾ ਹੈ ਕੋਈ ਵੀ ਚੀਜ਼ ਜਦੋਂ ਜਲਦੀ ਹੈ ਉਹ ਕਾਰਬਨ ਡਾਈਆਕਸਾਈਡ ਰਿਲੀਜ਼ ਕਰਦੀ ਹੈ। ਇੰਕਰੀਜ਼ਡ ਕੰਸਨਟ੍ਰੇਸ਼ਨ ਆਫ ਕਾਰਬਨ ਡਾਈਆਕਸਾਈਡ ਇਨ ਏਅਰ ਇਜ਼ ਬਿਲੀਵਡ ਟੂ ਕਾਜ਼ ਗਲੋਬਲ ਵਾਰਮਿੰਗ। ਉਹ ਜਿਹੜੀ ਗਲੋਬਲ ਵਾਰਮਿੰਗ ਹੈ, ਅਰਥ ਦਾ ਜਿਹੜਾ ਟੈਂਪਰੇਚਰ ਹੈ ਉਹ ਡੇ ਬਾਏ ਡੇ ਇੰਕਰੀਜ਼ ਹੋ ਰਿਹਾ ਹੈ, ਇਸ ਨੂੰ ਆਪਾਂ ਗਲੋਬਲ ਵਾਰਮਿੰਗ ਕਹਿੰਦੇ ਹਾਂ। ਉਹ ਕਿਹੜੀ ਗੈਸ ਦੇ ਕਰਕੇ ਹੁੰਦਾ, ਕਾਰਬਨ ਡਾਈਆਕਸਾਈਡ ਕਰਕੇ।
Burning of coal and diesel releases sulfur dioxide gas. It is an extremely suffocating and corrosive gas. Moreover, petrol engines give off gaseous oxide of nitrogen, oxides of sulfur and nitrogen dissolve in rainwater and forms acid. Such rain is called acid rain. It is very harmful for crops, buildings and soil. You have already learnt about it in class 7. The use of diesel and petrol as fuels in automobiles is being replaced by CNG, compressed natural gas, because CNG produces the harmful products in very small amounts. CNG is a cleaner fuel. ਹੁਣ ਜਿਹੜੀ ਕੋਇਲੇ ਔਰ ਡੀਜ਼ਲ ਦੀ ਜਿਹੜੀ ਬਰਨਿੰਗ ਹੈ ਉਹ ਕੀ ਹੈ, ਸਲਫਰ ਡਾਈਆਕਸਾਈਡ ਨਾਮ ਦੀ ਇੱਕ ਗੈਸ ਐਟਮੋਸਫੇਅਰ ਦੇ ਵਿੱਚ ਰਿਲੀਜ਼ ਕਰਦੀ ਹੈ, ਜਿਹੜੀ ਕਿ ਸਫੋਕੇਟਿੰਗ ਤਾਂ ਹੁੰਦੀ ਹੋਈ ਹੈ, ਪਰ ਜਦੋਂ ਐਟਮੋਸਫੇਅਰ 'ਚ ਉਹ ਬਾਕੀ ਗੈਸਿਸ ਦੇ ਨਾਲ ਮਿਕਸ ਹੁੰਦੀ ਹੈ ਤਾਂ ਇਹ ਕੀ ਬਣਾਉਂਦੇ ਨੇ, ਐਸਿਡ ਰੇਨ। ਐਸਿਡ ਰੇਨ ਆਪਾਂ ਪੜ੍ਹਿਆ ਕਿ ਹਿਊਮਨ ਬੀਇੰਗਸ ਲਈ, ਲਿਵਿੰਗ ਨਾਨ ਲਿਵਿੰਗ ਹਰ ਚੀਜ਼ ਦੇ ਲਈ ਹਾਰਮਫੁਲ ਹੁੰਦੀ ਹੈ। So that is why we are advised never to sleep in a room with burning or smouldering coal fire in it। ਇਸ ਦੇ ਨਾਲ ਤੁਹਾਡਾ ਚੈਪਟਰ 4 ਕੋਲ ਐਂਡ ਪੈਟਰੋਲੀਅਮ ਕੰਪਲੀਟ ਹੋ ਗਿਆ। ਆਈ ਹੋਪ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ। ਥੈਂਕ ਯੂ।